ਇਹ ਸਤ੍ਹਾ ਥੋੜ੍ਹੀ ਬਹੁਤੀ ਮੁੜ ਰੀਚਾਰਜ ਹੋ ਵੀ ਜਾਂਦੀ ਹੈ ਤਾਂ ਵੀ ਇਹ ਪਾਣੀ ਨਾ ਤਾਂ ਪੀਣ ਦੇ ਯੋਗ ਬਚਿਆ ਤੇ ਨਾ ਹੀ ਖੇਤੀ ਦੇ। ਕੈਮੀਕਲਾਂ, ਦਵਾਈਆਂ, ਖਾਦਾਂ ਤੇ ਫੈਕਟਰੀਆਂ ਦੀ ਗੰਦਗੀ ਨੇ ਇਸ ਪਾਣੀ ਵਿੱਚ ਇੰਨੀ ਜ਼ਿਆਦਾ ਜ਼ਹਿਰ ਮਿਲਾ ਦਿੱਤੀ ਹੈ ਕਿ ਇਸ ਦਾ ਕੋਈ ਹੱਲ ਨਹੀਂ ਬਚਿਆ। ਪੰਜਾਬ ਨੂੰ ਦਰਿਆਈ ਪਾਣੀ ਨਾ ਮਿਲਣ ਦਾ ਸਿਰਫ ਇਹੀ ਇੱਕ ਨੁਕਸਾਨ ਨਹੀਂ ਹੋਇਆ ਕਿ ਸਾਨੂੰ ਧਰਤੀ ਹੇਠਲਾ ਪਾਣੀ ਵਰਤਣਾ ਪਿਆ, ਸਗੋਂ ਉਸ ਦਾ ਇੱਕ ਹੋਰ ਬਹੁਤ ਵੱਡਾ ਨੁਕਸਾਨ ਹੋਇਆ। ਉਹ ਇਹ ਕਿ ਸਾਡੀ ਜ਼ਮੀਨ ਦੇ ਕੁਦਰਤੀ ਤੱਤ ਖਤਮ ਹੋ ਗਏ। ਜਿਹੜਾ ਦਰਿਆਵਾਂ ਦਾ ਪਾਣੀ ਹੁੰਦਾ ਉਹ ਆਰਗੈਨਿਕ ਖਾਦ ਹੀ ਹੁੰਦਾ, ਕਿਉਂਕਿ ਉਹਦੇ ਵਿੱਚ ਗਲੇ ਸੜੇ ਪੱਤੇ, ਜੀਵ ਜੰਤੂ, ਇਹ ਚੀਜ਼ਾਂ ਹੁੰਦੀਆਂ ਨੇ। ਉਹਦੇ ਬਦਲ 'ਚ ਜਦੋਂ ਸਾਨੂੰ ਕੱਢਣਾ ਪਿਆ ਧਰਤੀ ਹੇਠੋਂ ਪਾਣੀ, ਤੇ ਉਹਦੇ ਲਈ ਕੈਮੀਕਲ ਖਾਦਾਂ ਪਾਉਣੀਆਂ ਪਈਆਂ, ਹੋਰ ਕੋਈ ਚਾਰਾ ਵੀ ਨਹੀਂ ਸੀ। 60-70 ਫੁੱਟ ਡੂੰਘੀ ਪਾਂਡੂ ਦੇ ਹੇਠਾਂ ਵਾਲੀ ਸਾਫ਼ ਪਾਣੀ ਦੀ ਇਹ ਦੂਜੀ ਤਹਿ ਕਨਫਾਈਨਡ ਐਕਿਊਫਰ, ਜਿਸ ਨੂੰ ਅਸੀਂ ਪਾਂਡੂ ਦੇ ਵਿੱਚੋਂ ਹੀ ਬੋਰ ਕਰਕੇ ਵਰਤਣਾ ਸ਼ੁਰੂ ਕੀਤਾ ਸੀ, ਉਹ ਵੀ ਕਦੋਂ ਦੀ ਖਤਮ ਹੋ ਚੁੱਕੀ ਹੈ। ਸਖਤ ਕਲੇ ਦੀ ਤਹਿ ਹੇਠਲੇ ਇਸ ਪਾਣੀ ਨੂੰ ਧਰਤੀ ਉੱਪਰਲੇ ਪਾਣੀ ਨਾਲ ਰੀਚਾਰਜ ਨਹੀਂ ਕੀਤਾ ਜਾ ਸਕਦਾ। ਹੁਣ ਪੰਜਾਬ ਆਪਣੇ ਪੀਣ ਵਾਲੇ ਪਾਣੀ ਅਤੇ ਫਸਲਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ 200 ਤੋਂ 400 ਫੁੱਟ ਡੂੰਘੇ ਪਾਣੀ ਦੀਆਂ ਇਹਨਾਂ ਸੀਮਤ ਪਰਤਾਂ ਤੇ ਨਿਰਭਰ ਹੈ। ਇਸ ਬਹੁਤ ਹੀ ਥੋੜ੍ਹੇ ਤੇ ਨਾ ਭਰਨ ਵਾਲੇ ਪਾਣੀ ਦੀ ਬੁਨਿਆਦ ਕਿੰਨੀ ਕੁ ਬਚੀ ਹੈ, ਇਹ ਕਹਿਣਾ ਤਾਂ ਮੁਸ਼ਕਿਲ ਹੈ, ਪਰ ਯਕੀਨਨ ਅਸੀਂ ਆਪਣੇ ਸਾਫ਼ ਪਾਣੀ ਦੇ ਖਜ਼ਾਨੇ ਦੀਆਂ ਆਖਰੀ ਘੁੱਟਾਂ ਤੇ ਹੀ ਹਾਂ। ਹੁਣ ਧਰਤੀ ਦੇ ਹੇਠੋਂ ਕੱਢਿਆ ਗਿਆ ਪਾਣੀ, ਇਹਦਾ ਨਾਸਾ ਨੇ ਇੱਕ ਸਟੱਡੀ ਦਿੱਤੀ ਹੋਈ ਹੈ ਕਿ ਉਹ ਕਹਿ ਰਿਹਾ ਕਿ ਜਿਹੜਾ ਨਾਰਥ ਇੰਡੀਆ ਹੈਗਾ, ਜਿਹੜਾ ਕਿ ਉਹਨਾਂ ਨੇ ਸਟੱਡੀ ਕੀਤੀ ਹੈ, ਜੇਕਰ ਉੱਥੇ ਪਾਣੀ ਦੇ ਐਕਵਾਫਾਇਰ ਦਾ ਨਾ ਦੇਖਿਆ ਗਿਆ ਧਿਆਨ ਨਾਲ, ਇਹ ਤਾਂ ਥੋੜ੍ਹੇ ਦਿਨਾਂ ਵਿੱਚ ਖਤਮ ਹੋ ਜਾਊ, ਤਾਂ ਇਹਨੂੰ ਹਜ਼ਾਰਾਂ ਸਾਲ ਲੱਗ ਜਾਣਗੇ। ਇਹਦਾ ਮਤਲਬ ਕੀ ਹੈ ਕਿ ਸਾਡੇ ਕੋਲ ਜਿੰਨੀ ਜਗ੍ਹਾ ਅੱਜ ਵਾਹੀਯੋਗ ਜ਼ਮੀਨ ਪੰਜਾਬ ਦੇ ਵਿੱਚ ਆ, ਉਹਦਾ ਪਾਣੀ ਤਾਂ ਜਿਹੜੇ ਜੇਕਰ ਆਪਾਂ ਨੂੰ ਸਾਰਾ ਪਾਣੀ ਵੀ ਜਿਹੜਾ ਅਸੀਂ ਦੂਜੀਆਂ ਸਟੇਟਾਂ ਨੂੰ ਦੇ ਰਹੇ ਹਾਂ, ਜੇ ਅਸੀਂ ਉਹ ਵੀ ਰੱਖ ਲਈਏ ਨਾ, ਤਾਂ ਵੀ ਅਸੀਂ ਡੈਫੀਸ਼ੀਐਂਟ ਸਟੇਟ ਦੇ ਤੌਰ ਦੇ ਉੱਤੇ ਹੈਗੇ ਆ। ਪੰਜਾਬ ਦੀ ਜ਼ਮੀਨ ਹੇਠਲਾ ਪਾਣੀ ਅੱਜ ਜਿਸ ਪੱਧਰ ਤੇ ਪਹੁੰਚ ਚੁੱਕਾ ਹੈ, ਪੰਜਾਬ ਬਹੁਤ ਜਲਦੀ ਡੈਜ਼ਰਟ 'ਚ ਕਨਵਰਟ ਹੋ ਜਾਏਗਾ। 5 ਦਰਿਆਵਾਂ ਦੀ ਇਸ ਧਰਤੀ ਕੋਲ ਤਾਂ ਅੱਜ ਪੀਣ ਲਈ ਪੂਰਾ ਪਾਣੀ ਨਹੀਂ। ਬਹੁਤ ਛੇਤੀ ਪੰਜਾਬ ਦੇ ਲੋਕਾਂ ਕੋਲ ਮੁੱਲ ਦੇ ਪਾਣੀ ਤੋਂ ਬਿਨਾਂ ਪੀਣ ਲਈ ਸਾਫ਼ ਪਾਣੀ ਦਾ ਤੁਪਕਾ ਨਹੀਂ ਹੋਵੇਗਾ। ਗ੍ਰੀਨ ਰੈਵੋਲੂਸ਼ਨ ਜਿਹੜਾ ਆ, ਉਹਨੇ ਸਾਡੀ ਸਟੇਟ ਦੀ ਤਬਾਹੀ ਕੀਤੀ ਹੈ। ਅਸਲ ਦੇ ਵਿੱਚ ਜਿਹੜਾ ਇਹ ਸਾਨੂੰ ਐਜ਼ ਐਕਸਪੈਰੀਮੈਂਟ ਸਟੇਟ ਦੇ ਤੌਰ ਤੇ ਯੂਜ਼ ਕਰ ਲਿਆ, ਉਹ ਬੀਜ ਵੀ ਉਸ ਤਰੀਕੇ ਦੀ ਸੀ ਜਿਨ੍ਹਾਂ ਨੂੰ ਖਾਦ ਦੀ ਲੋੜ ਸੀਗੀ, ਔਰ ਖਾਦ ਦੇ ਨਾਲ ਨਾਲ ਪਾਣੀ ਦੀ ਬਹੁਤਾਤ ਵਿੱਚ ਲੋੜ ਸੀਗੀ। ਰਹੀ ਗੱਲ ਕਣਕ ਤੇ ਝੋਨੇ ਦੇ ਬਦਲਦੀ, ਉਹਦੀ ਮੰਡੀ ਕਿੱਥੇ ਆ? ਕੀ ਕਰੀ ਉੱਥੇ ਹੁਣ ਕਣਕ ਬੀਜੀ ਆ, ਫਿਰ ਕਮਾਦ ਲਾ ਲਓ ਬਾਪੂ। ਕਮਾਦ ਮੇਰਾ ਹੀ ਘੱਟ ਆ, ਉੱਥੇ ਸਾਨੂੰ ਉਹ ਬੰਕ ਵਾਲੇ ਨਹੀਂ ਕੋਈ ਦਿੰਦੇ, ਉਹ ਉੱਥੇ ਜਿਹੜੀਆਂ ਹੈਗੇ ਆ ਉਹ ਵੱਧ ਤੋਲਦੇ ਆ, ਨਾ ਉੱਥੇ ਸਾਨੂੰ ਕੋਈ ਬਾਰੀ ਆ, ਨਾ ਉੱਥੋਂ ਪੈਸਾ ਮਿਲਣਾ। ਹਾਰ ਕੇ ਅਸੀਂ ਦੁਖੀ ਹੋ ਕੇ ਪੱਟ ਬੈਠੇ ਆ। ਹੁਣ ਸਾਡੇ ਕੋਲ ਕੁਛ ਨਹੀਂ, ਨਾ ਗੰਨਾ ਚੂਪਣ ਨੂੰ ਵੀ ਹੈ ਨਹੀਂ ਕਿਤੇ। ਅਸੀਂ ਜਿਹੜਾ ਜਿਹਨੂੰ ਰੈਵੋਲੂਸ਼ਨ ਦਾ ਨਾਂ ਦਿੱਤਾ ਗਿਆ, ਅਸਲ 'ਚ ਉਹ ਸਾਡੀ ਜੈਨੋਸਾਈਡ ਹੀ ਹੈ। ਉਹ ਸਾਡੀ ਇਕਨੋਮਿਕ ਜੈਨੋਸਾਈਡ ਦਾ ਹਿੱਸਾ ਜਿਹੜਾ ਕਿ ਸਾਨੂੰ ਪਤਾ ਨਹੀਂ ਲੱਗਿਆ। 1 ਕਿਊਸਿਕ ਪਾਣੀ ਦੇ ਫਲੋ ਦੀ ਕੀਮਤ ਸਾਲ ਦੀ 1.25 ਕਰੋੜ ਰੁਪਈਆ, ਉਹਦੇ ਹਿਸਾਬ ਨਾਲ ਤਕਰੀਬਨ 22,000 ਕਰੋੜ ਰੁਪਈਆ ਹਰੇਕ ਸਾਲ ਇਹਦੀ ਜਿਹੜੀ ਕੀਮਤ ਬਣ ਜਾਂਦੀ, ਜਿਹੜਾ ਪੰਜਾਬ ਦਾ ਫ੍ਰੀ ਦੇ ਵਿੱਚ ਪਾਣੀ ਦੂਜੀਆਂ ਸਟੇਟਾਂ ਨੂੰ ਜਾ ਰਿਹਾ, ਨਾਨ ਰਾਈਪੇਰੀਅਨ ਸਟੇਟਾਂ ਨੂੰ ਜਾ ਰਿਹਾ। ਜਿਹੜਾ ਪੰਜਾਬ ਦੇ ਪਾਣੀਆਂ ਦੀ ਲੁੱਟ ਦੀ ਕਹਾਣੀ ਇੱਥੇ ਖਤਮ ਨਹੀਂ ਹੁੰਦੀ। 1984 ਦੇ ਘੱਲੂਘਾਰੇ ਦੀ ਜੜ ਸਤਲੁਜ ਜਮਨਾ ਲਿੰਕ ਨਹਿਰ ਦਾ ਨਿਰਮਾਣ ਹਾਲੇ ਬਾਕੀ ਹੈ। 1980 'ਚ ਜਦੋਂ ਐਮਰਜੈਂਸੀ ਤੋਂ ਬਾਅਦ ਇੰਦਰਾ ਗਾਂਧੀ ਫਿਰ ਤਾਕਤ 'ਚ ਆਉਂਦੀ ਆ, ਉਦੋਂ ਤਿੰਨੇ ਸੂਬਿਆਂ 'ਚ ਪੰਜਾਬ, ਹਰਿਆਣਾ ਤੇ ਰਾਜਸਥਾਨ 'ਚ ਕਾਂਗਰਸ ਦੀ ਸਰਕਾਰ ਸੀ। ਤਾਂ 31 ਦਸੰਬਰ 1981 ਨੂੰ ਇੰਦਰਾ ਗਾਂਧੀ ਤਿੰਨੋਂ ਮੁੱਖ ਮੰਤਰੀਆਂ ਨੂੰ ਸੱਦ ਕੇ ਉਹਨਾਂ ਤੋਂ ਸਮਝੌਤੇ ਤੇ ਦਸਤਖਤ ਕਰਵਾਉਂਦੀ ਆ, ਜਿਹਦੇ ਨਾਲ ਜਿਹੜਾ ਮਾਰਚ 1976 ਵਾਲਾ ਅਵਾਰਡ ਸੀ
ਅਕਾਰਡ 'ਚ ਬਦਲ ਜਾਂਦਾ, ਐਗਰੀਮੈਂਟ ਬਣ ਜਾਂਦਾ। ਦਰਬਾਰਾ ਸਿੰਘ ਉਦੋਂ ਪੰਜਾਬ ਦਾ ਮੁੱਖ ਮੰਤਰੀ ਸੀ ਤੇ ਨਾਲ ਦੀ ਨਾਲ ਉਹ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰੈਜ਼ੀਡੈਂਟ ਸੀ। ਇੰਦਰਾ ਗਾਂਧੀ ਨੇ ਉਸ ਤੋਂ ਪ੍ਰੈਜ਼ੀਡੈਂਟਸ਼ਿਪ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਖੋਲੀ ਤੇ ਉਸ ਨੂੰ ਇਸ ਗੱਲ ਦਾ ਡਰ ਦਿੱਤਾ ਕਿ ਤੈਨੂੰ ਮੈਂ ਚੀਫ ਮਿਨਿਸਟਰੀ ਤੋਂ ਵੀ ਖਤਮ ਕਾਰਜ ਕਰ ਦੂੰਗੀ ਜੇ ਤੂੰ ਇਹ ਐਗਰੀਮੈਂਟ ਨਹੀਂ ਕਰੇਗਾ। ਪੰਜਾਬ ਦੀ ਲਾਈਫਲਾਈਨ ਤਾਂ ਹੈ ਹੀ ਪਾਣੀ, ਤੇ ਉਹ ਉਸ ਦੀਆਂ ਆਪਣੀਆਂ ਜ਼ਰੂਰਤਾਂ ਲਈ ਹੀ ਪੂਰਾ ਨਹੀਂ। ਫਿਰ ਇੰਦਰਾ ਗਾਂਧੀ ਨੇ ਉਸ ਦੇ ਮੁਤਾਬਕ SYL ਦੀ ਨੀਂਹ ਰੱਖੀ, ਸਤਲੁਜ ਯਮੁਨਾ ਲਿੰਕ ਕੈਨਾਲ ਦੀ ਨੀਂਹ ਰੱਖੀ। 8 ਅਪ੍ਰੈਲ 1982 ਨੂੰ ਇੰਦਰਾ ਗਾਂਧੀ ਕਪੂਰੀ 'ਚ SYL ਨੂੰ ਟੱਕ ਲਾਉਂਦੀ ਹੈ ਤੇ ਉਸ ਤੋਂ ਅਗਲੇ ਦਿਨ 9 ਅਪ੍ਰੈਲ ਨੂੰ ਅਕਾਲੀ ਦਲ ਨੇ ਕਪੂਰੀ ਤੋਂ ਨਹਿਰ ਰੋਕੂ ਮੋਰਚੇ ਦਾ ਐਲਾਨ ਕਰਤਾ। ਸਿੱਖਾਂ ਨੇ ਇੱਕ ਵਾਰ ਫਿਰ ਪੰਜਾਬ ਦੀ ਸਾਹ ਰਗ ਨੂੰ ਬਚਾਉਣ ਲਈ ਤੇ ਇਹ 121 ਕਿਲੋਮੀਟਰ ਲੰਬੀ ਸਤਲੁਜ ਯਮੁਨਾ ਲਿੰਕ ਨਹਿਰ, ਜਿਸ ਨੇ ਪੰਜਾਬ ਦਾ 3.5 ਮਿਲੀਅਨ ਏਕੜ ਫੁੱਟ ਪਾਣੀ ਲੈ ਕੇ ਜਾਣਾ ਸੀ, ਉਸ ਨੂੰ ਰੋਕਣ ਲਈ ਕਪੂਰੀ ਮੋਰਚਾ ਲਾ ਦਿੱਤਾ। ਮੋਰਚੇ ਦੇ ਵਿੱਚ ਧੱਕਾ ਹੋਇਆ ਤਾਂ 4 ਅਗਸਤ 1982 ਨੂੰ ਅਕਾਲੀ ਦਲ ਨੇ ਉਸ ਮੋਰਚੇ ਨੂੰ ਕਪੂਰੀ ਤੋਂ ਬਦਲ ਕੇ ਅੰਮ੍ਰਿਤਸਰ ਲੈ ਆਂਦਾ। ਹੁਣ ਦਿੱਲੀ ਦੇ ਮੁੱਢ ਹਰਿਆਣੇ ਦੇ ਬਾਰਡਰ ਤੇ ਬੈਠ ਕੇ ਇਹ ਮੋਰਚਾ ਜਾਰੀ ਰੱਖਣਾ ਕੋਈ ਸੌਖਾ ਕੰਮ ਤਾਂ ਹੈ ਨਹੀਂ ਸੀ। ਉਹ ਵੀ ਉਦੋਂ ਜਦੋਂ ਚਾਰੇ ਪਾਸੇ ਕਾਂਗਰਸ ਦੀਆਂ ਸਰਕਾਰਾਂ ਹੋਣ। ਇਹਨਾਂ ਹਾਲਾਤਾਂ 'ਚ ਭਜਨ ਲਾਲ ਦੇ ਗੁੰਡੇ ਕਪੂਰੀ 'ਚ ਕੀ ਨਹੀਂ ਸੀ ਕਰ ਸਕਦੇ। ਇਸ ਦਾ ਨਮੂਨਾ ਤਾਂ ਸਿੱਖਾਂ ਨੇ ਪੰਜਾਬੀ ਸੂਬੇ ਦੇ ਮੋਰਚੇ ਵੇਲੇ ਦੇਖਿਆ ਹੋਇਆ ਸੀ। SYL ਦੇ ਮੁੱਦੇ ਦੇ ਨਾਲ-ਨਾਲ ਸਿੱਖਾਂ ਨੇ ਪੰਜਾਬ ਦੀਆਂ ਲਟਕਦੀਆਂ ਮੰਗਾਂ, ਜਿਸ ਵਿੱਚ ਚੰਡੀਗੜ੍ਹ ਸਮੇਤ ਹੋਰਨਾਂ ਪੰਜਾਬੀ ਬੋਲਦਿਆਂ ਇਲਾਕਿਆਂ ਨੂੰ ਵਾਪਸ ਲੈਣ ਅਤੇ ਸੂਬਿਆਂ ਨੂੰ ਵੱਧ ਅਧਿਕਾਰ ਦੀ ਮੰਗ ਨੂੰ ਆਨੰਦਪੁਰ ਦੇ ਮਤੇ ਰਾਹੀਂ ਮੋਰਚੇ ਵਿੱਚ ਸ਼ਾਮਲ ਕਰ ਲਿਆ। ਜੇ ਉਹ ਸਾਰੇ ਦੇਸ਼ ਲਈ ਵੱਧ ਅਧਿਕਾਰਾਂ ਦਾ ਮੰਗ ਕਰਦਾ ਹੈ ਆਨੰਦਪੁਰ ਸਾਹਿਬ ਦਾ ਮਤਾ, ਫਿਰ ਇਸ ਗੱਲ ਨਾਲ ਵੱਖਵਾਦੀ ਕਹਿ ਕੇ ਕਿਉਂ ਸਾਨੂੰ ਟਾਲਿਆ ਜਾਵੇ। ਕਪੂਰੀ ਦੇ ਇਸ ਮੋਰਚੇ ਤੋਂ ਸ਼ੁਰੂ ਹੋਈ ਗੱਲ ਇੱਕ ਵਾਰ ਫਿਰ ਦਰਬਾਰ ਸਾਹਿਬ ਦੇ ਹਮਲੇ ਤੇ ਜਾ ਪਹੁੰਚੀ। ਕਿਉਂਕਿ ਮਸਲਾ ਸੀ ਸਾਰਾ ਕਨਸਟੀਟਿਊਸ਼ਨਲ। 36 ਮੀਟਿੰਗਾਂ ਹੋਈਆਂ। 36 ਮੀਟਿੰਗਾਂ ਦੇ ਵਿੱਚ ਇਹ ਕਿਹਾ ਗਿਆ ਵੀ ਭਾਈ ਜੋ ਹਿੰਦੁਸਤਾਨ ਦਾ ਵਿਧਾਨ ਹੈ ਉਸ ਦੇ ਮੁਤਾਬਕ ਪੰਜਾਬ ਦੇ ਪਾਣੀਆਂ ਦਾ ਜਿਹੜਾ ਮਸਲਾ ਹੈ ਉਸ ਨੂੰ ਤੁਸੀਂ ਸੈਟਲ ਕਰੋ। To our great disappointment, issues could not be clinched. ਇਸ ਵਾਰ ਭਾਰਤ ਦੀ ਸਰਕਾਰ ਸਿੱਖ ਕੌਮ ਨੂੰ ਅਜਿਹਾ ਸਬਕ ਸਿਖਾਉਣਾ ਚਾਹੁੰਦੀ ਸੀ ਕਿ ਉਹ ਮੁੜ ਸਿਰ ਚੁੱਕਣ ਦੀ ਜੁਰਅਤ ਨਾ ਕਰਨ। ਉਹਨਾਂ ਨੇ ਪੰਜਾਬ ਦੇ ਵਿੱਚ ਸਿੱਖ ਫਾਰਮਰਸ ਨੂੰ ਖਤਮ ਕਰਨਾ ਸੀ, ਪੰਜਾਬ ਦੀ ਇਕਨੋਮੀ ਨੂੰ ਡਿਸਟਰੋਏ ਕਰਨਾ ਸੀ, ਕਿਉਂਕਿ ਸਾਡੀ ਜਿਹੜੀ ਇਕਨੋਮੀ ਹੈ ਐਗਰੀਕਲਚਰ ਬੇਸਡ ਇਕਨੋਮੀ ਹੈ। ਜੇਕਰ ਵੇਖਦੇ ਹੋ ਕਿਸੇ ਕੌਮ ਨੂੰ ਖਤਮ ਕਰਨ ਦੇ ਵਿੱਚ ਤੇ ਇਹੀ ਜਿਹੜੇ ਉਹਦੇ ਆਰਥਿਕ ਸਰੋਤਾਂ ਦਾ ਲੱਕ ਤੋੜਿਆ ਜਾਂਦਾ ਹੈ। ਉਹ ਤੁਸੀਂ ਆਜ਼ਾਦੀ ਤੋਂ ਪਹਿਲਾਂ ਵੀ ਵੇਖ ਲਓ ਤੇ ਬਾਅਦ 'ਚ ਹੀ ਵੇਖ ਲਓ, ਪੰਜਾਬ ਦੇ ਆਰਥਿਕ ਸਰੋਤਾਂ ਦਾ ਲੱਕ ਹਮੇਸ਼ਾ ਤੋੜਿਆ ਜਾਂਦਾ ਰਿਹਾ। ਉਹ ਸਾਰੀ ਚੀਜ਼ ਨੂੰ ਡਾਇਵਰਟ ਕਰਨ ਦੇ ਲਈ ਇੱਕ ਕੰਪਲਸ਼ਨ ਬਣ ਗਈ ਇੰਦਰਾ ਗਾਂਧੀ ਦੀ ਕਿ ਇਹ ਸਾਰੇ ਮਸਲੇ ਨੂੰ ਲਾ ਐਂਡ ਆਰਡਰ 'ਚ ਕਨਵਰਟ ਕਰ ਦਿਓ। ਤੋ ਉਸ ਪ੍ਰੋਬਲਮ ਨੂੰ ਕਨਸਟੀਟਿਊਸ਼ਨਲ ਪ੍ਰੋਬਲਮ ਨੂੰ ਡਾਇਵਰਟ ਕਰ ਦਿੱਤਾ ਇਨਟੂ ਅ ਲਾ ਐਂਡ ਆਰਡਰ ਪ੍ਰੋਬਲਮ। ਇਹ ਇੰਦਰਾ ਗਾਂਧੀ ਦੀ ਬਦਨੀਤੀ, ਬੇਈਮਾਨੀ ਤੇ ਸ਼ਰਾਰਤ। ਪੰਜਾਬ ਅੰਦਰ ਫਿਰਕੂ ਮਾਹੌਲ ਪੈਦਾ ਕਰਨ ਤੇ ਮੋਰਚੇ ਵਿਰੁੱਧ ਜ਼ਹਿਰ ਉਗਲਣ 'ਚ ਜਲੰਧਰ ਦੀ ਮਹਾਸ਼ਾ ਪ੍ਰੈਸ ਤੇ ਆਰਿਆ ਸਮਾਜੀ ਤਾਂ ਕੇਂਦਰ ਦੀ ਸਰਕਾਰ ਨਾਲੋਂ ਵੀ 4 ਕਦਮ ਅੱਗੇ ਹੋ ਨਿਬੜੇ। ਜਿਹੜੀ ਪ੍ਰੈਸ ਹੈ, ਫ੍ਰੀ ਪ੍ਰੈਸ ਜਿਹੜੀ ਅੱਜ ਦੇ ਯੁੱਗ 'ਚ ਕਿਹਾ ਜਾਂਦਾ, ਇਹ ਹੈ ਹੀ ਇਹ ਇਸ ਕਿਸਮ ਦੇ ਪਾਰਲੀਮੈਂਟਰੀ ਜਾਂ ਡੈਮੋਕ੍ਰੈਟਿਕ ਸੈਟਅਪ ਦਾ ਹੀ ਹਿੱਸਾ। ਜਿੰਨੇ ਵੀ ਇੰਸਟੀਟਿਊਸ਼ਨਸ ਹੁੰਦੇ ਇਹਨਾਂ ਦੇ, ਉਹ ਕੋਈ ਵੀ ਇੰਸਟੀਟਿਊਸ਼ਨ ਇਹੋ ਜਿਹਾ ਨਹੀਂ ਜਿਹਨੇ ਕੰਟਰੀਬਿਊਟ ਨਾ ਕੀਤਾ ਹੋਵੇ ਆਪਦੇ ਹਿਸਾਬ ਨਾਲ, ਆਪਦੇ ਐਂਗਲ ਤੋਂ। ਇੱਕ ਪਾਸੇ ਤਾਂ ਪ੍ਰਧਾਨ ਮੰਤਰੀ 2 ਜੂਨ ਤੱਕ ਆਪਣੇ ਭਾਸ਼ਣਾਂ ਰਾਹੀਂ ਇਹ ਕਹਿੰਦੀ ਰਹੀ ਕਿ ਦਰਬਾਰ ਸਾਹਿਬ ਤੇ ਕੋਈ ਪੁਲਿਸ ਕਾਰਵਾਈ ਨਹੀਂ ਕੀਤੀ ਜਾਵੇਗੀ, ਅਤੇ ਦੂਸਰੇ ਪਾਸੇ ਇਸ ਹਮਲੇ ਦੀਆਂ ਤਿਆਰੀਆਂ ਤਾਂ 1982 ਵਿੱਚ ਹੀ ਸ਼ੁਰੂ ਹੋ ਗਈਆਂ ਸਨ। ਸਰਕਾਰ ਜਦੋਂ ਕਹਿੰਦੀ ਹੈ ਕਿ 1984 ਐਜ਼ ਅ ਲਾਸਟ ਰਿਜ਼ੋਰਟ ਉਸ ਵੇਲੇ ਦੇ ਪ੍ਰਾਈਮ ਮਿਨਿਸਟਰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਜਾ ਕੇ ਦੂਰਦਰਸ਼ਨ ਤੇ ਕਹਿੰਦੀ ਆ
ਇਹ ਸਰਾਸਰ ਝੂਠ ਆ, ਕਿਉਂਕਿ ਜਿਹਨੇ ਇਹਦੀ ਪਲੈਨਿੰਗ ਕੀਤੀ ਹੈ ਉਹਨਾਂ ਦਾ ਆਪਣਾ ਜਰਨੈਲ ਲੈਫਟੀਨੈਂਟ ਜਨਰਲ S.K. ਸਿਨਹਾ ਕਹਿੰਦਾ ਕਿ ਮੈਨੂੰ 18 ਮਹੀਨੇ ਪਹਿਲਾਂ ਇਹਦੀ ਤਿਆਰੀ ਕਰਨ ਲਈ ਕਿਹਾ ਗਿਆ ਸੀ। ਉਹ ਤਾਂ ਇੱਥੇ ਤੱਕ ਕਹਿੰਦਾ ਮੈਂ ਤਿਆਰੀ ਵੀ ਕਰ ਲਈ ਸੀ ਅਤੇ ਮੈਂ ਪਰਸਨਲ ਐਜ਼ ਅ ਸਿਟੀਜ਼ਨ ਆਫ ਇੰਡੀਆ ਵੀ ਮੈਂ ਕਿਹਾ ਕਿ ਇਹ ਪੋਲੀਟੀਕਲ ਮਾਮਲਾ ਹੈਗਾ, ਮੈਨੂੰ ਦੱਸੋ, ਮੈਂ ਇਹਦੀ ਮੀਡੀਏਸ਼ਨ ਕਰਾਉਣ ਲਈ ਤਿਆਰ ਹਾਂ ਐਜ਼ ਅ ਸਿਟੀਜ਼ਨ ਆਫ ਇੰਡੀਆ। ਉਹ ਵੀ ਗੱਲ ਠੁਕਰਾ ਦਿੱਤੀ PMO ਆਫਿਸ ਨੇ। ਇਹਦਾ ਮਤਲਬ ਹੈ ਕਿ ਤਿਆਰੀਆਂ ਤਾਂ 82 'ਚ ਹੋ ਰਹੀਆਂ ਨੇ ਤੇ ਉਦੋਂ 82 ਤੱਕ ਤਾਂ ਹਰਿਮੰਦਰ ਸਾਹਿਬ ਦੇ ਉੱਪਰ ਕੋਈ ਮੋਰਚਾਬੰਦੀ ਨਹੀਂ। ਤੇ ਫਿਰ ਦਰਬਾਰ ਸਾਹਿਬ ਤੇ ਹਮਲੇ ਲਈ ਜੋ ਦਿਨ ਚੁਣਿਆ ਗਿਆ, ਇਹਨਾਂ ਨੇ ਜਾਣ ਬੁੱਝ ਕੇ ਗੁਰੂ ਅਰਜਨ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਵਾਲਾ ਦਿਹਾੜਾ ਚੁਣਿਆ ਤਾਂ ਕਿ ਸ਼ਹੀਦੀ ਪੁਰਬ ਤੇ ਵੱਧ ਤੋਂ ਵੱਧ ਸਿੱਖ ਸੰਗਤਾਂ ਦਰਬਾਰ ਸਾਹਿਬ ਦੇ ਅੰਦਰ ਆ ਜਾਣ ਤਾਂ ਕਿ ਉਹਨਾਂ ਸਾਰਿਆਂ ਦੀ ਕਤਲੇਆਮ ਕੀਤੀ ਜਾ ਸਕੇ। ਸੋ ਇਹ ਜਿਹੜਾ ਝੂਠ ਵਾਰ-ਵਾਰ ਦੁਹਰਾਇਆ ਜਾਂਦਾ, ਉਹਨਾਂ ਦੇ ਆਪਣੇ ਡਾਕੂਮੈਂਟਸ ਦੇ ਮੁਤਾਬਕ ਤੇ ਉਹਨਾਂ ਦੇ ਆਪਣੇ ਪਲੈਨਰਸ ਦੇ ਮੁਤਾਬਕ ਜਿੰਨੇ ਵੀ ਸਾਡੇ ਕੋਲ ਤੱਥ ਨੇ, ਫੈਕਟਸ ਨੇ, ਇਹ ਲੋਕਤੰਤਰ ਦੇ ਕੇਂਦਰ ਦੀ ਗੱਲ ਹੀ ਨਹੀਂ ਰਹਿ ਜਾਂਦੀ, ਕਿਉਂਕਿ ਲੋਕਤੰਤਰ ਦੇ ਕੇਂਦਰ ਉਸ ਵੇਲੇ ਸੈਮਾ ਡਿਕਟੇਟਰਸ਼ਿਪ ਫਾਰਮ ਵਿੱਚ ਬਾਹਰ ਆ ਚੁੱਕੇ ਸੀ ਤੇ ਉਹਨਾਂ ਦਾ ਜਰਨਲਿਸਟ ਨੂੰ ਬਾਹਰ ਕੱਢ ਦੇਣਾ ਪੂਰੇ ਪੰਜਾਬ 'ਚੋਂ। ਸੋ ਕੌਣ ਲੁਕਾ ਰਿਹਾ ਕਿਹੜੀ ਗੱਲ ਨੂੰ, ਬੜਾ ਜ਼ਾਹਿਰ ਹੈਗਾ। So we objected to this, and he said, you've got to go for your safety. So I argued with him. I said, look, if it's for our safety we've got to go, we should go in the daytime because it's dark now and it'll be unsafe. Of course, why I was actually arguing that was because if we went in the daytime, we might hope to see something. ਦੱਸੋ, ਬਲੂ ਸਟਾਰ ਐਕਸ਼ਨ ਦੇ ਵਿੱਚ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਫੌਜ ਨੇ ਜਿਹੜੇ ਬੰਦੇ ਮਾਰੇ ਸੀ ਉਹਨਾਂ ਦੀ ਲਿਸਟ ਅੱਜ ਤੱਕ ਸਾਨੂੰ ਦਿੱਤੀ ਹੈ। 2-2 ਮਹੀਨਿਆਂ ਦੇ ਬੱਚਿਆਂ ਨੂੰ ਤੁਸੀਂ ਠੁੱਡੇ ਮਾਰ-ਮਾਰ ਕੇ ਤੁਹਾਡੇ ਮਿਲਟਰੀ ਵਾਲਿਆਂ ਨੇ ਉਹਨਾਂ ਨੂੰ ਕਤਲ ਕੀਤਾ। ਜਿਹੜੀਆਂ ਸੰਸਾਰ ਦੀਆਂ ਹਿਊਮਨ ਰਾਈਟਸ ਜਥੇਬੰਦੀਆਂ ਨੇ ਉਹਨਾਂ ਨੂੰ ਨਹੀਂ ਨਜ਼ਰ ਆਉਂਦਾ ਕਿ ਭਾਰਤ ਦੇ ਵਿੱਚ ਕੀ ਕੀਤਾ ਇਹਨਾਂ ਲੋਕਾਂ ਨੇ ਸਾਡੇ ਨਾਲ। ਦਿੱਲੀ ਤੋਂ 80 ਕਿਲੋਮੀਟਰ ਦੂਰ 1947 ਵਿੱਚ ਲਹਿੰਦੇ ਪੰਜਾਬ ਤੋਂ ਉੱਜੜ ਕੇ ਆਏ ਸਿੱਖਾਂ ਦਾ ਇਹ ਪਿੰਡ ਹੋਂਦ ਚਿੱਲੜ, ਜਿੱਥੇ ਅੱਜ ਸਿਵਾਏ ਇਹਨਾਂ ਖੰਡਰਾਂ ਦੇ ਕੁਝ ਵੀ ਨਹੀਂ। ਪਰ ਹੈਰਾਨੀ ਦੀ ਗੱਲ ਇਹ, 2 ਨਵੰਬਰ 1984 ਨੂੰ ਹਰਿਆਣੇ ਦੇ ਨਕਸ਼ੇ ਤੋਂ ਮਿਟਾਏ ਸਿੱਖਾਂ ਦੇ ਇਸ ਪਿੰਡ ਬਾਰੇ ਸੰਨ 2010 ਤੱਕ ਨਾ ਕੋਈ ਖਬਰ, ਨਾ ਕੋਈ ਤਫਤੀਸ਼ ਤੇ ਨਾ ਕੋਈ ਪੁਲਿਸ ਕਾਰਵਾਈ, ਜਿਵੇਂ ਕਦੇ ਕੁਝ ਹੋਇਆ ਹੀ ना होवे। 84 में इनके करीबन 12 बंदे थे जो होद गांव चिल्लड़ के नज़दीक है, वहाँ रहते थे। तो सारा परिवार ही ख़त्म हो गया था। ये यहाँ रिवाड़ी में आई हुई थी अपने मामों के घर, और भैंस भूस ने मार दिया था इसको, इसलिए डॉक्टर के दिखाने के लिए 6 साल उम्र थी तब इसकी। 12 बंदे थे, सारे ख़त्म हो गए थे, मम्मी पापा भाई बहन सारे जो भी थे 12 बंदे, दादा दादी बुआ सब वहीं थे। ਇਹ ਸਾਰਾ ਕੁਝ ਕੋਈ ਉੜੀਸਾ ਦੇ ਜੰਗਲਾਂ ਜਾਂ ਪਹਾੜਾਂ ਦੀਆਂ ਕੰਦਰਾਂ 'ਚ ਨਹੀਂ ਵਾਪਰਿਆ, ਸਗੋਂ ਦੇਸ਼ ਦੀ ਰਾਜਧਾਨੀ ਤੋਂ ਸਿਰਫ 80 किलोमीटर ਦੀ ਦੂਰੀ ਤੇ ਹੋਇਆ। वहाँ बसें भर के आई थी, 3-4 बसें भर के आई थी। उन्होंने रात को ही धावा बोल दिया था, कुछ उसके ऊपर डीजल डाल के किसी को कैसे टायरों में मतलब जला के बुरी तरह मारा। ਆਪਣੀ ਬਾਂਹ ਦੇ ਇਲਾਜ ਲਈ ਨਾਨਕੇ ਘਰ ਆਈ 6 ਵਰਿਆਂ ਦੀ ਇਸ ਮਾਸੂਮ ਸੁਰਜੀਤ ਕੌਰ ਨੂੰ ਕੀ ਪਤਾ ਸੀ ਕਿ ਉਸ ਨੂੰ ਮੁੜ ਆਪਣਾ ਘਰ ਨਸੀਬ ਹੀ ਨਹੀਂ ਹੋਵੇਗਾ। ਬਾਂਹ ਦੀ ਤਕਲੀਫ ਤਾਂ ਉਸ ਨੂੰ ਯਾਦ ਨਹੀਂ, ਪਰ 5 ਸਾਲਾਂ ਦਾ ਉਹ ਇੱਕ ਪਲ ਉਸ ਨੂੰ ਅੱਜ ਵੀ ਯਾਦ ਹੈ।
ਜਦੋਂ ਦਰਵਾਜ਼ੇ ਮੂਹਰੇ ਬੈਠ ਆਪਣੇ ਮਾਂ ਪਿਓ ਨੂੰ ਉਡੀਕਦੀ ਰਹਿੰਦੀ ਕਿ ਕਦ ਉਹ ਆਉਣ ਤੇ ਕਦ ਉਹ ਆਪਣੇ ਭੈਣ ਭਰਾਵਾਂ ਕੋਲ ਘਰ ਜਾਵੇ। ਅਖੀਰ 5 ਸਾਲਾਂ ਬਾਅਦ ਉਸ ਨੂੰ ਆਪਣੇ ਪਰਿਵਾਰ ਉੱਪਰ ਬੀਤੀ ਹੋਣੀ ਦਾ ਪਤਾ ਲੱਗਾ। 2 ਨਵੰਬਰ 1984 ਦਾ ਉਹ ਮਨਹੂਸ ਦਿਨ, ਜਿਸ ਨੇ ਇੱਕ ਝਟਕੇ ਨਾਲ ਉਸ ਦਾ ਸਾਰਾ ਪਰਿਵਾਰ, ਘਰ-ਬਾਰ ਤੇ ਬਚਪਨ ਖੋਹ ਲਿਆ ਸੀ। ਨਾਨਾ ਨਾਨੀ ਦੀਆਂ ਪੱਥਰ ਹੋਈਆਂ ਅੱਖਾਂ ਅੱਜ ਵੀ ਉਸ ਨੂੰ ਸੌਣ ਨਹੀਂ ਦਿੰਦੀਆਂ। ਜੇਕਰ ਇਸ ਭਿਆਨਕ ਕਤਲੇਆਮ ਦੀ 17 ਸਾਲਾਂ ਤੱਕ ਕੋਈ ਉੱਗ-ਸੁੱਗ ਵੀ ਨਹੀਂ ਸੀ, ਇੱਥੋਂ ਤੱਕ ਕਿ ਜਿਸ ਕੌਮ ਦੇ ਲੋਕਾਂ ਨਾਲ ਇਹ ਹੋਣੀ ਵਾਪਰੀ, ਉਹ ਕੌਮ ਵੀ ਇਸ ਬਾਰੇ ਬੇਖਬਰ ਸੀ, ਤਾਂ ਅਜਿਹੇ ਹੋਰ ਕਿੰਨੇ ਹੋਂਦ ਚਿੱਲੜ ਅਜੇ ਹੋਣਗੇ, ਇਸ ਦਾ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ। This kind of a carnage cannot take place unless the police are complicit. ਪੁਲਿਸ ਦੀ ਮਿਲੀ ਭੁਗਤ ਤੋਂ ਬਿਨਾ ਐਡਾ ਵੱਡਾ ਕਤਲੇਆਮ ਹੋ ਹੀ ਨਹੀਂ ਸਕਦਾ। ਪੁਲਿਸ ਪੂਰੀ ਤਰ੍ਹਾਂ ਸ਼ਾਮਲ ਸੀ। ਉਹਦੀ ਉਦਾਹਰਨ ਆ ਤ੍ਰਿਲੋਕਪੁਰੀ ਦਾ ਕਤਲੇਆਮ। ਜਮਨਾ ਪਾਰ ਦੇ ਇਸ ਇਲਾਕੇ ਦਾ ਦੁਖਾਂਤ ਸਿਰਫ ਇਹ ਨਹੀਂ ਕਿ ਇੱਥੋਂ ਦੇ ਸਾਰੇ ਸਿੱਖ ਆਦਮੀ ਕੋਹ ਕੇ ਮਾਰ ਮੁਕਾਏ, ਸਗੋਂ ਇਸ ਦਾ ਦੁਖਾਂਤ ਇਹ ਵੀ ਹੈ ਕਿ ਜੋ ਬੇਪਤੀ ਸਿੱਖ ਬੀਬੀਆਂ ਦੀ ਇੱਥੇ ਹੋਈ, ਉਹ ਸ਼ਾਇਦ ਪੂਰੇ ਸਿੱਖ ਇਤਿਹਾਸ ਵਿੱਚ ਕਦੇ ਨਹੀਂ ਹੋਈ, ਨਾ ਮੁਗਲ ਹਕੂਮਤ ਸਮੇਂ ਤੇ ਨਾ ਹੀ ਅੰਗਰੇਜ਼ ਸਾਮਰਾਜ ਹੇਠ। ਇਸ ਬਸਤੀ ਦੀਆਂ ਸਾਰੀਆਂ ਸਿੱਖ ਬੀਬੀਆਂ, ਕੀ ਬਜ਼ੁਰਗ ਕੀ ਬੱਚੀਆਂ, ਉਹਨਾਂ ਨੂੰ ਪਬਲਿਕਲੀ ਅਲਫ ਨੰਗਿਆਂ ਕਰ ਗੁਰਦੁਆਰਾ ਸਾਹਿਬ ਦੇ ਸਾਹਮਣੇ ਇਸ ਚੌਂਕ ਵਿੱਚ ਬਿਠਾਇਆ ਗਿਆ। ਦੇਖੋ ਨਾ ਕੀ 23 ਸਾਲ ਦੀ ਮੇਰੀ ਉਮਰ ਸੀ, ਸਾਰੀ ਸੁੱਤਿਆ ਹੋ ਚੁੱਕੀ ਹੁੰਦੀ ਬੱਚਿਆਂ ਨੂੰ। ਪੂਰੀ ਰਾਤ ਤਮਾਸ਼ਬੀਨ ਬਣੀ ਭੀੜ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਨਾਲ ਗੈਂਗ ਰੇਪ ਕੀਤੇ ਗਏ। ਸਿਗਰਟਾਂ ਨਾਲ ਉਹਨਾਂ ਦੀਆਂ ਛਾਤੀਆਂ ਤੇ ਸਰੀਰਾਂ ਉੱਤੇ ਨਿਸ਼ਾਨ ਪਾਏ ਗਏ। ਉਹਨਾਂ ਦੇ ਕੱਪੜੇ ਤੱਕ ਜਲਾ ਦਿੱਤੇ ਤਾਂ ਕਿ ਦਿਨ ਚੜ੍ਹੇ ਜਾਂ ਤਾਂ ਉਹ ਸ਼ਰਮ ਦੀਆਂ ਮਾਰੀਆਂ ਕਿਸੇ ਗੰਦੇ ਨਾਲੇ ਵਿੱਚ ਡੁੱਬ ਮਰਨ ਤੇ ਜਾਂ ਫਿਰ The machinery of India has been very consistent, is the word I want to use, in how it's represented atrocities, how it continues to conceal, and how it continues to deny. ਤੁਸੀਂ ਜਦ ਗਵਰਨਮੈਂਟ ਦੇ ਜਿਹੜੇ ਐਕਸਟਰਨਲ ਰੂਪਸ ਨੇ ਪਾਰਟੀਆਂ ਦੇ ਰੂਪ ਵਿੱਚ ਚੇਂਜ ਹੁੰਦੇ ਰਹਿੰਦੇ ਨੇ, ਗੱਲ ਆ ਜਾਂਦੀ ਹੈ ਕਿ ਸਰਕਾਰ ਦੀਆਂ ਪਾਲਿਸੀਆਂ ਕੀ ਨੇ। 3 ਕਿਸਮ ਦੀ ਮਾਈਨੋਰਿਟੀਜ਼ ਦੇ ਪ੍ਰਤੀ, ਇੱਕ ਜੈਂਡਰ ਮਾਈਨੋਰਿਟੀ ਹੈਗੀ ਆ, ਇੱਕ ਤੁਹਾਡੀ ਐਥਨਿਕ ਮਾਈਨੋਰਿਟੀ ਆ, ਤੇ ਇੱਕ ਰਿਲੀਜੀਅਸ ਮਾਈਨੋਰਿਟੀ ਆ। ਤੇ ਜੇ ਪਿਛਲੇ 47 ਤੋਂ ਬਾਅਦ ਦੇਖੀਓ ਤਾਂ ਬੜੀ ਕਲੀਅਰ ਹੈਗੀ ਆ ਕਿ ਮਾਈਨੋਰਿਟੀਜ਼ ਨੂੰ ਆਪਸ ਦੇ ਵਿੱਚ ਲੜਾ ਦਿੰਦੇ ਨੇ, ਉਹਨਾਂ ਨੂੰ ਕੁਝ ਰਾਈਟ ਦੇ ਦਿੰਦੇ ਨੇ, ਬਟ ਓਵਰਆਲ ਜਿਹੜੇ ਰਾਈਟਸ ਆ ਸ਼ੇਅਰਿੰਗ ਦੀ ਗੱਲ ਉਹ ਕਿਤੇ ਨਜ਼ਰ ਨਹੀਂ ਆ ਰਹੀ। Carnage was not a one-off event. It was not just something that happened in 84. It was followed by this kind of a very brazen cover-up in which so many institutions were involved. We are able to design institutions in such a way that they again work in favor of the people controlling the machine or controlling the system. ਸੋ ਸਾਰਾ ਇਤਿਹਾਸ ਬਾਹਮਣ ਦਾ ਇਹ ਪਿਆ, ਹਜ਼ਾਰਾਂ ਸਾਲਾਂ ਦਾ, ਮਤਲਬ ਕੋਈ ਸਾਲ ਸੈਂਕੜਿਆਂ ਦਾ ਨਹੀਂ, ਵੀ ਜਦੋਂ ਹੀ ਕਿਸੇ ਸੈਕਸ਼ਨ ਨੇ ਇਹਨਾਂ ਦੀ ਇਸ ਅਥਾਰਟੀ ਨੂੰ ਚੈਲੰਜ ਕੀਤਾ, ਇਹ ਇਨਜਸਟਿਸ ਨੂੰ ਚੈਲੰਜ ਕਰਤਾ ਵੀ ਨਹੀਂ ਸਾਨੂੰ ਇਨਸਾਫ ਚਾਹੀਦਾ। ਇਨਸਾਫ ਦਾ ਮਤਲਬ ਬਰਾਬਰੀ ਦੇ ਪੱਧਰ ਦੇ ਉੱਤੇ, ਉਦੋਂ ਇਹਨਾਂ ਨੇ ਟੋਲਰੇਟ ਨਹੀਂ ਕੀਤਾ। ਫਿਰ ਇਹਨਾਂ ਨੂੰ ਜਿਸ ਹੱਦ ਤੱਕ ਵੀ ਜਾਣਾ ਪਿਆ ਉਸ ਹੱਦ ਤੱਕ ਗਏ। ਇੱਧਰ ਸਿੱਖ ਕੌਮ ਨੂੰ ਸਬਕ ਸਿਖਾਉਣ ਲਈ